ਸਿਮਰਾ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਤੇ ਆਵੋ, ਹਿਰਦੈ ਤੇ ਆਵੋ। ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ, ਜਿਸਮ ਹੈ ਅੰਮ੍ਰਿਤ ਗਿਆਨ ਹੈ, ਨਾਨਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਤਦ ਬੰਦਾ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨਾ, ਜੀਤੇ ਪੰਜ ਵਿਕਾਰ। ਇਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਪਤਿਤ ਪਾਵਨ ਭਗਤ ਬਸ਼ਰ, ਕਿਰਪਾ ਨਿਦਾਨ ਰਹਿਤਾਂ ਕੇ ਸਾਗਰ। ਮੇਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਹਾਜ਼ਰੀਆਂ ਭਰ ਰਹੀ, ਆਪਣੇ ਸਮੇਂ ਸਵਾਸਾਂ ਨੂੰ ਸਫਲਾ ਕਰ ਰਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ, ਜੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀਆਂ ਮਹਾਰਾਜ ਜੀਆਂ ਦੀ ਜੋ ਨਾਮ ਪ੍ਰਕਾਸ਼ ਦੀ ਕਥਾ ਵਿਚਾਰ ਹੈ, ਸਤਿਗੁਰਾਂ ਨੇ ਸਾਡੀ ਝੋਲੀ ਪਾਈ ਹੈ। ਹਰ ਰੋਜ਼ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਗਈ ਮਤ ਅਨੁਸਾਰ ਇਤਿਹਾਸ ਦੀਆਂ ਕਥਾ ਵਿਚਾਰਾਂ ਨੂੰ ਵਿਚਾਰਦੇ ਹਾਂ। ਆਓ ਇਤਿਹਾਸਕ ਵਿਚਾਰਾਂ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ, ਪਾਈਏ ਆਗਿਆ। ਰਲ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਸਮੇਂ ਏਮਨਾਬਾਦ ਧਰਤੀ ਦੇ ਉੱਪਰ ਆਪਣੀ ਪਹਿਲੀ ਉਦਾਸੀ ਦੇ ਸਮੇਂ ਗਏ ਨੇ ਮਹਾਰਾਜ, ਗਰੀਬ ਸਿੱਖ ਹੈ ਭਾਈ ਲਾਲੋ, ਉਹਦੇ ਘਰ ਬਰਾਜੇ ਹੋਏ ਨੇ। ਤੇ ਜੋ ਸਤਿਗੁਰਾਂ ਦਾ ਸਾਥੀ ਹੈ ਭਾਈ ਮਰਦਾਨਾ ਜੀ, ਉਹ ਆਪਣੇ ਨਗਰ ਵੱਲ ਚੱਲੇ ਹੋਏ ਨੇ।
ਏਮਨਾਬਾਦ ਦਾ ਰਹਿਣ ਵਾਲਾ ਇੱਕ ਬੜਾ ਵੱਡਾ ਸ਼ਾਹੂਕਾਰ ਹੈ ਮਲਕ ਭਾਗੋ, ਜਿਸ ਨੇ ਸਤਿਗੁਰਾਂ ਦੇ ਨਾਲ ਬਹੁਤਾ ਝਗੜਾ ਕੀਤਾ ਹੈ। ਆਪਣੇ ਘਰ ਸਤਿਗੁਰਾਂ ਨੂੰ ਬ੍ਰਹਮ ਭੋਜ ਦੇ ਉੱਪਰ ਸੱਜਿਆ ਹੈ। ਸਤਿਗੁਰਾਂ ਨੇ ਜਾ ਕਰਕੇ ਦਿਖਾਇਆ ਹੈ ਕਿ ਮਲਕ ਭਾਗੋ ਕਿਵੇਂ ਤੇਰੀ ਇਹ ਕਮਾਈ ਹੈ, ਇਹ ਲੋਕਾਂ ਦਾ ਖੂਨ ਪਸੀਨਾ ਚੂਸ ਕੇ ਇਕੱਠੀ ਕੀਤੀ ਹੋਈ ਹੈ, ਇਹ ਪਾਪ ਦੀ ਕਮਾਈ ਹੈ। ਤੇ ਭਾਈ ਲਾਲੋ ਦੀ ਜਿਹੜੀ ਕਿਰਤ ਹੈ ਨਾ, ਉਹ 10 ਨਾਵਾਂ ਦੀ ਹੈ। ਤੇ ਸਾਰੇ ਹੀ ਏਮਨਾਬਾਦ ਨਗਰ ਦੇ ਲੋਕਾਂ ਨੇ ਖੜ ਕਰਕੇ ਇਹ ਕੌਤਕ ਕਰਾਮਾਤ ਵੇਖੀ ਹੈ, ਕਿਸ ਤਰ੍ਹਾਂ ਮਲਕ ਭਾਗੋ ਦੇ ਪ੍ਰਸ਼ਾਦੇ ਦੇ ਵਿੱਚੋਂ ਖੂਨ ਲੁੱਟੜ ਰਿਹਾ ਹੈ ਤੇ ਗਰੀਬ ਸਿੱਖ ਭਾਈ ਲਾਲੋ ਦੇ ਪ੍ਰਸ਼ਾਦੇ ਦੇ ਵਿੱਚੋਂ ਦੁੱਧ ਦੀਆਂ ਧਾਰਾਂ ਵਹੀਆਂ ਨੇ। ਏਮਨਾਬਾਦ ਦੇ ਲੋਕਾਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਨੇ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੜੀ ਵੱਡੀ ਸ਼ਕਤੀ ਦੇ ਮਾਲਕ ਨੇ, ਤੇ ਜਿਹੜਾ ਮਲਕ ਭਾਗੋ ਹੈ ਇਹ ਝੂਠਾ ਹੈ, ਇਹਦੇ ਕੋਲ ਕਮਾਈ ਪਾਪ ਦੀ। ਇਸ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਮੂਹਰੇ ਬੋਲ ਨਹੀਂ ਹੋਇਆ, ਸ਼ਰਮਸਾਰ ਹੋਇਆ, ਨੀਵੀਂ ਪਾ ਕੇ ਖੜਾ ਰਿਹਾ ਹੈ। ਇਸ ਪ੍ਰਕਾਰ ਜਦੋਂ ਗੱਲਾਂ ਬਾਤਾਂ ਹੋਣ ਲੱਗੀਆਂ ਨੇ ਤੇ ਮਲਕ ਭਾਗੋ ਆਪਣੇ ਹਿਰਦੇ ਦੇ ਅੰਦਰ ਬਹੁਤਾ ਦੁਖੀ ਹੋਇਆ ਹੈ। ਕਵੀ ਜੀ ਕਹਿੰਦੇ ਨੇ ਜਿਹੜੇ ਸਿਆਣੇ ਪੁਰਸ਼ ਨੇ ਆਪਣੀ ਗਲਤੀ ਸੁਣਦੇ ਨੇ ਤੇ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਨੇ, ਸੁਧਾਰਦੇ ਨੇ। ਤੇ ਜਿਹੜੇ ਅਗਿਆਨੀ ਪੁਰਸ਼ ਹੁੰਦੇ ਨੇ ਉਹਨਾਂ ਨੂੰ ਕੋਈ ਉਹਨਾਂ ਦੀ ਗਲਤੀ ਦੱਸੀ ਜਾਵੇ, ਗਲਤੀ ਦੇ ਉੱਪਰ ਗੁੱਸਾ ਪ੍ਰਗਟ ਕਰਦੇ ਨੇ, ਵੈਰ ਪਾਉਂਦੇ ਨੇ। ਇਸੇ ਪ੍ਰਕਾਰ ਹੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਮਲਕ ਭਾਗੋ ਦੇ ਘਰੋਂ ਬਾਹਰ ਆਏ ਨੇ, ਨਾਲ ਭਾਈ ਲਾਲੋ ਹੈ। ਸਤਿਗੁਰੂ ਜੀ ਜੰਗਲਾਂ ਦੇ ਰਸਤੇ ਤੁਰੇ ਨੇ, ਜੰਗਲਾਂ ਦੇ ਰਸਤੇ ਚੱਲੇ ਨੇ, ਤੇ ਮਲਕ ਭਾਗੋ ਨੇ ਬਹੁਤਾ ਗੁੱਸਾ ਆਪਣੇ ਹਿਰਦੇ ਦੇ ਅੰਦਰ ਧਾਰਨ ਕੀਤਾ ਹੈ। ਮਨ ਹੀ ਮਨ ਵਿੱਚ ਸੋਚ ਰਿਹਾ ਹੈ ਕਿ ਜਿਹੜਾ ਵੈਰ ਗੁਰੂ ਨਾਨਕ ਨੇ ਮੇਰੇ ਨਾਲ ਪਾਇਆ ਹੈ, ਕਿਸੇ ਨਾ ਕਿਸੇ ਤਰੀਕੇ ਇਹ ਵੈਰ ਮੈਂ ਕੱਢਾਂਗਾ ਜ਼ਰੂਰ। ਮਨ ਦੇ ਅੰਦਰ ਸੋਚਦਾ ਹੈ ਕਿ ਜੋ ਏਮਨਾਬਾਦ ਨਗਰ ਦਾ ਪਠਾਨ ਨਵਾਬ ਹੈ, ਉਹਦੇ ਕੋਲ ਜਾ ਕੇ ਗੁਰੂ ਨਾਨਕ ਦੀ ਖਬਰ ਕਰਾਂ, ਗੁਰੂ ਨਾਨਕ ਦੀ ਚੁਗਲੀ ਕਰਾਂ, ਉਹ ਸਜ਼ਾ ਦੇਵੇਗਾ। ਫਿਰ ਗੁਰੂ ਨਾਨਕ ਜੇਲ੍ਹ ਦੇ ਵਿੱਚ ਡੱਕਿਆ ਜਾਵੇਗਾ ਤੇ ਬਹੁਤਾ ਦੁੱਖ ਭੋਗੇਗਾ। ਅਗਲੇ ਦਿਨ ਦੀ ਸਵੇਰ ਹੁੰਦੀ ਹੈ। ਮਲਕ ਭਾਗੋ ਛੇਤੀ ਦੇ ਨਾਲ ਤਿਆਰ ਹੋ ਕਰਕੇ ਨਵਾਬ ਦੀ ਕਚਹਿਰੀ ਦੇ ਵਿੱਚ ਜਾਂਦਾ ਹੈ। ਨਵਾਬ ਅੱਗੇ ਤਖਤ ਤੇ ਬੈਠਾ ਹੁੰਦਾ ਹੈ, ਆਪਣੇ ਪੁੱਤਰ ਦੀ ਰੋਗ ਨੂੰ ਸੋਚ ਕੇ ਦੁਖੀ ਹੋ ਰਿਹਾ ਹੁੰਦਾ ਹੈ। ਉਸ ਪਠਾਨ ਨਵਾਬ ਦਾ ਜਿਹੜਾ ਪੁੱਤਰ ਹੈ ਕਿਸੇ ਰੋਗ ਦੇ ਕਾਰਨ ਪੀੜਿਤ ਹੈ, ਜਿਸ ਨੇ ਬਹੁਤ ਇਲਾਜ ਕਰਵਾ ਲਏ ਨੇ, ਪਰ ਕਿਤੋਂ ਵੀ ਕੋਈ ਆਰਾਮ ਨਹੀਂ ਆ ਰਿਹਾ, ਇਲਾਜ ਨਹੀਂ ਹੋ ਰਿਹਾ। ਜਾ ਕਰਕੇ ਮਲਕ ਭਾਗੋ ਜਦੋਂ ਨਵਾਬ ਦੇ ਸਨਮੁਖ ਹੋਇਆ ਹੈ ਤੇ ਨਵਾਬ ਨੇ ਅੱਗੋਂ ਪੁੱਛਣਾ ਕੀਤਾ ਹੈ ਕਿ ਵੇਖ ਮਲਕ ਭਾਗੋ, ਮੇਰਾ ਪੁੱਤਰ ਹੈ ਜੋ ਰੋਗੀ ਹੈ, ਇਹਨੂੰ ਕੋਈ ਭਿਆਨਕ ਰੋਗ ਲੱਗਿਆ ਹੈ। ਬਹੁਤੀਆਂ ਭੇਖ ਦਵਾਈਆਂ ਜੜੀਆਂ ਬੂਟੀਆਂ ਇਹਨੂੰ ਪਿਆ ਦਿੱਤੀਆਂ ਨੇ, ਬਹੁਤਿਆਂ ਪੀਰਾਂ ਫਕੀਰਾਂ ਨੂੰ, ਦੇਵੀ ਦੇਵਤਿਆਂ ਨੂੰ ਮਨਾ ਲਿਆ ਹੈ, ਉਹਨਾਂ ਦੀ ਪੂਜਾ ਕਰ ਲਈ ਹੈ। ਜਿਵੇਂ ਜਿਵੇਂ ਮੈਨੂੰ ਲੋਕ ਦੱਸਦੇ ਨੇ ਮੈਂ ਉਵੇਂ ਹੀ ਸਾਰੇ ਪ੍ਰਬੰਧ ਕਰ ਲਏ ਨੇ, ਸਾਰੇ ਉਪਾਅ ਕਰ ਲਏ ਨੇ, ਪਰ ਕਿਸੇ ਤਰੀਕੇ ਦੇ ਨਾਲ ਵੀ ਮੇਰਾ ਪੁੱਤਰ ਹੈ ਇਹ ਠੀਕ ਨਹੀਂ ਹੁੰਦਾ। ਮਲਕ ਭਾਗੋ ਮਨ ਦੇ ਅੰਦਰ ਈਰਖਾ ਰੱਖ ਕੇ ਕਹਿਣ ਲੱਗਾ ਹੈ ਕਿ ਹੇ ਨਵਾਬ ਜੀ, ਕੋਈ ਪੂਰਾ ਫਕੀਰ ਮਿਲੇ ਜੋ ਕਰਾਮਾਤੀ ਹੋਵੇ, ਕੌਤਕ ਕਰਨ ਵਾਲਾ ਹੋਵੇ, ਐਸੇ ਕਿਸੇ ਫਕੀਰ ਨੂੰ ਲੱਭੋ ਤੇ ਫੜ ਕੇ ਲਿਆਓ, ਉਹ ਤੁਹਾਡੇ ਪੁੱਤਰ ਦਾ ਇਲਾਜ ਜ਼ਰੂਰ ਕਰ ਦੇਵੇਗਾ। ਪਠਾਨ ਨਵਾਬ ਕਹਿਣ ਲੱਗਾ ਹੈ ਕਿ ਮਲਕ ਭਾਗੋ, ਮੈਨੂੰ ਐਸਾ ਕੋਈ ਨਜ਼ਰ ਨਹੀਂ ਆਉਂਦਾ, ਮੈਨੂੰ ਤਾਂ ਜਿੰਨੇ ਵੀ ਟੱਕਰੇ ਨੇ ਸਾਰੇ ਹੀ ਝੂਠੇ ਸਨ। ਮਨ ਦੇ ਅੰਦਰ ਸੋਚ ਵਿਚਾਰ ਕੇ ਕਹਿਣ ਲੱਗਾ ਏ ਮਲਕ ਭਾਗੋ ਕਿ ਹੇ ਨਵਾਬ, ਮੈਂ ਇੱਕ ਗੁਰੂ ਨਾਨਕ ਨੂੰ ਜਾਣਦਾ ਹਾਂ,
ਬੜੀਆਂ ਕਰਾਮਾਤਾਂ ਕੌਤਕਾਂ ਦਾ ਮਾਲਕ ਹੈ। ਆਪਣੇ ਸਿਪਾਹੀਆਂ ਨੂੰ ਘੱਲ ਉਸ ਨੂੰ ਫੜ ਕੇ ਲਿਆਉਣ। ਨਵਾਬ ਨੇ ਆਪਣੇ ਕੁਝ ਸਿਪਾਹੀ ਘੱਲੇ ਨੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਪਾਸ ਲੱਭਦੇ ਹੋਏ ਜੰਗਲਾਂ ਦੇ ਵਿੱਚ ਬਿਰਾਜੇ ਨੇ। ਮਹਾਰਾਜ ਉੱਥੇ ਜਾ ਕਰਕੇ ਸਾਰੀ ਗੱਲਬਾਤ ਕੀਤੀ ਹੈ ਕਿ ਤੁਹਾਨੂੰ ਏਮਨਾਬਾਦ ਨਗਰ ਦਾ ਜੋ ਨਵਾਬ ਹੈ ਉਹ ਆਪਣੇ ਘਰ ਸੱਦ ਰਿਹਾ ਹੈ। ਆਪ ਜੀਆਂ ਦੀ ਭਲੀ ਇਸੇ ਵਿੱਚ ਹੈ ਕਿ ਆਪ ਜੀ ਸਾਡੇ ਕਹਿਣ ਉੱਪਰ ਮੂਹਰੇ ਲੱਗ ਕਰੋ, ਨਹੀਂ ਤਾਂ ਅਸੀਂ ਫੜ ਕੇ ਲਿਜਾਵਾਂਗੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਣੀ ਜਾਨ ਸਤਿਗੁਰੂ ਕਹਿਣ ਲੱਗੇ, ਭਾਈ ਆਪ ਜੀ ਤੁਰੋ ਅੱਗੇ ਅੱਗੇ, ਅਸੀਂ ਵੀ ਤੁਹਾਡੇ ਪਿੱਛੇ ਆਉਣੇ ਆ। ਮਹਾਰਾਜ ਜਾ ਕਰਕੇ ਜਦੋਂ ਉਸ ਨਵਾਬ ਦੀ ਕਚਹਿਰੀ ਦੇ ਵਿੱਚ ਦਾਖਲ ਹੋਏ ਨੇ, ਉਹਦੇ ਦਰਬਾਰ ਵਿੱਚ ਗਏ ਨੇ। ਬਹੁਤਾ ਦੁਖੀ ਹੋਇਆ ਬੈਠਾ ਹੈ। ਉਹ ਪਠਾਨ ਹੈ, ਨਵਾਬ ਹੈ ਤੇ ਕੋਲ ਮਲਕ ਭਾਗੋ ਖੜਾ ਹੈ। ਮਹਾਰਾਜ ਸਾਰੀ ਗੱਲ ਜਾਣ ਗਏ ਕਿ ਮਲਕ ਭਾਗੋ ਨੇ ਈਰਖਾ ਕੱਢੀ ਹੈ, ਸਾਨੂੰ ਦਰਬਾਰ ਅੰਦਰ ਸੱਦਿਆ ਹੈ। ਮਹਾਰਾਜ ਗੁਰੂ ਨਾਨਕ ਜਾ ਕੇ ਕਹਿਣ ਲੱਗੇ ਨੇ, ਦੱਸ ਭਾਈ ਨਵਾਬ ਸਾਡੇ ਤਾਈਂ ਕੀ ਕੰਮ ਹੈ? ਨਵਾਬ ਕਹਿਣ ਲੱਗਾ ਹੈ ਕਿ ਫਕੀਰ ਮੇਰਾ ਇੱਕ ਪੁੱਤਰ ਹੈ, ਕਿਸੇ ਰੋਗ ਦੇ ਕਾਰਨ ਬਿਮਾਰ ਹੈ। ਬਹੁਤ ਇਲਾਜ ਕਰਵਾ ਲਏ, ਬਹੁਤੀਆਂ ਪੂਜਾ ਕਰਵਾ ਲਈਆਂ, ਪਰ ਉਹ ਕਿਤੋਂ ਠੀਕ ਨਹੀਂ ਹੁੰਦਾ, ਐਸਾ ਰੋਗ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹਦੀ ਕਚਹਿਰੀ ਵਿੱਚ ਖੜ ਕੇ ਕਹਿਣ ਲੱਗੇ ਨੇ, ਹੇ ਨਵਾਬ, ਜਿਸ ਪੁੱਤਰ ਦਾ ਤੂੰ ਇਲਾਜ ਕਰਵਾਉਣਾ ਚਾਹੁੰਦਾ ਹੈ, ਜਿਹਨੂੰ ਤੂੰ ਠੀਕ ਕਰਨਾ ਚਾਹੁੰਦਾ ਹੈ ਨਾ, ਉਹ ਤਾਂ ਕਦੋਂ ਦਾ ਪਰਲੋਕ ਸੁਧਾਰ ਗਿਆ ਹੈ, ਕਦੋਂ ਦਾ ਸਰੀਰ ਛੱਡ ਗਿਆ ਹੈ। ਇਹ ਸੁਣ ਕਰਕੇ ਨਵਾਬ ਬਹੁਤਾ ਦੁਖੀ ਹੋਇਆ। ਮਹਾਰਾਜ ਕਹਿਣ ਲੱਗੇ ਨੇ ਕਿ ਹੇ ਨਵਾਬ, ਜੇ ਨਹੀਂ ਯਕੀਨ ਤਾਂ ਆਪਣਾ ਇੱਕ ਨੌਕਰ ਚਾਕਰ ਘੱਲ, ਮਹਿਲਾਂ ਦੇ ਵਿੱਚ ਤੇਰੇ ਪੁੱਤਰ ਦਾ ਪਤਾ ਲਾਇਆ। ਉਸ ਨੇ ਆਪਣਾ ਇੱਕ ਆਦਮੀ ਮਹਿਲਾਂ ਦੇ ਅੰਦਰ ਘੱਲਿਆ ਹੈ। ਜਾ ਕਰਕੇ ਉਸ ਆਦਮੀ ਨੇ ਜਦੋਂ ਨਵਾਬ ਦਾ ਪੁੱਤਰ ਵੇਖਿਆ ਹੈ, ਉਹਦੇ ਸਾਰੇ ਸਵਾਸ ਰੁਕ ਚੁੱਕੇ ਨੇ, ਧੜਕਣ ਨਬਜ ਰੁਕ ਚੁੱਕੀ ਹੈ, ਆਪਣਾ ਸਰੀਰ ਛੱਡ ਚੁੱਕਾ ਹੈ। ਆ ਕਰਕੇ ਉਹ ਮਨੁੱਖ ਕਚਹਿਰੀ ਦੇ ਵਿੱਚ ਕਹਿਣ ਲੱਗਾ, ਹਾਂਜੀ ਨਵਾਬ, ਇਹ ਫਕੀਰ ਠੀਕ ਕਹਿੰਦਾ ਹੈ, ਤੇਰਾ ਜੋ ਪੁੱਤਰ ਹੈ ਉਹ ਚੜ੍ਹਾਈ ਕਰ ਗਿਆ ਹੈ, ਪਰਲੋਕ ਸੁਧਾਰ ਗਿਆ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਪ੍ਰਕਾਰ ਉੱਥੇ ਵਚਨ ਵਿਲਾਸ ਕਰਕੇ ਮਹਾਰਾਜ ਉੱਥੋਂ ਤੁਰੇ ਨੇ। ਜੰਗਲਾਂ ਦੇ ਰਸਤੇ ਹੁੰਦੇ ਹੋਏ ਮਹਾਰਾਜ ਆ ਕਰਕੇ ਇਕਾਂਤ ਜਗ੍ਹਾ ਦੇ ਵਿੱਚ ਬਿਰਾਜੇ ਨੇ। ਇੱਥੋਂ ਤੱਕ ਕੱਲ ਦੀ ਕਥਾ ਵਿਚਾਰ ਆਈ ਸੀ, ਜੋ ਅਗਲਾ ਨਵਾਂ ਅਧਿਆਇ ਆਰੰਭ ਹੁੰਦਾ ਹੈ। ਆਓ ਉਸ ਅਧਿਆਇ ਦੀਆਂ ਕਥਾ ਵਿਚਾਰਾਂ ਸ਼ਰਧਾ ਭਾਵਨਾ ਦੇ ਨਾਲ ਆਉਣ ਵਾਲਾ ਕਥਾ ਇਤਿਹਾਸ ਸ਼੍ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਪਦ ਪੰਕਜ ਕੀ ਬਸ ਬਾਰ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਿਛਲਾ 41ਵਾਂ ਅਧਿਆਇ ਦਾ ਸੰਪੂਰਨਤਾ ਹੁੰਦੀ ਹੈ, ਜੋ ਅਗਲਾ ਅਧਿਆਇ ਕਵੀ ਜੀ ਆਰੰਭ ਕਰਦੇ ਨੇ। ਅਧਿਆਇ ਦੀ ਆਰੰਭਤਾ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਮੰਗਲ ਕਰਦੇ ਨੇ, ਪਦ ਪੰਕਜ ਕੀ ਪਾਸ ਬਾਰ, ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਚਰਨਾਂ ਕਮਲਾਂ ਦੇ ਉੱਪਰ ਜਿਹੜੀ ਪਈ ਹੋਈ ਸੰਸਾਰ ਦੀ ਮਿੱਟੀ ਹੈ, ਧੂੜ ਹੈ, ਉਹ ਵੀ ਸੋਭ ਰਹੀ ਹੈ। ਪਰਮ ਲੋਕ ਪਰਾਗ। ਕਹਿੰਦੇ ਜਿਵੇਂ ਫੁੱਲਾਂ ਦੇ ਉੱਪਰ ਉੱਡ ਕਰਕੇ ਧੂੜੀ ਪੈ ਜਾਂਦੀ ਹੈ, ਕਮਲ ਦੇ ਫੁੱਲ ਉੱਪਰ ਪਈ ਹੋਈ ਧੂੜੀ ਸੋਹਣੀ ਲੱਗਦੀ ਹੈ, ਏਦਾਂ ਸੰਸਾਰ ਦੀ ਮਿੱਟੀ ਹੈ ਜੋ ਧੂੜ ਹੈ। ਜਦੋਂ ਸਤਿਗੁਰੂ ਜੀ ਸੰਸਾਰ ਵਿੱਚ ਵਿਚਰਦੇ ਨੇ, ਉਹ ਸਤਿਗੁਰਾਂ ਦੇ ਚਰਨਾਂ ਉੱਪਰ ਪਈ ਹੋਈ ਧੂੜ ਵੀ ਸੋਭਨੀਕ ਹੈ। ਨਿਜ ਮਨ ਮਧੁਪ ਲੁਭਾਈ ਕੈ। ਤੇ ਕਵੀ ਜੀ ਕਹਿੰਦੇ, ਮੈਂ ਆਪਣੇ ਮਨ ਰੂਪੀ ਭੂਖ ਜਿਹੜਾ ਭਾਰਾ ਹੈ, ਉਸ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਜੋੜ ਕੇ ਕਹੋ ਕਥਾ ਅਨੁਰਾਗ। ਤੇ ਬੜੇ ਪ੍ਰੇਮ ਦੇ ਸਹਿਤ ਆਉਣ ਵਾਲਾ ਜਿਹੜਾ ਗੁਰ ਇਤਿਹਾਸ ਹੈ, ਕਥਾ ਵਿਚਾਰ ਇਸ ਪ੍ਰਕਾਰ ਦੱਸਦਾ ਹਾਂ। ਚੰਪਾਈ ਬਾਲਾ ਕਹਿਤ ਸੁਣਤ ਸ੍ਰੀ
ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਜਿਹੜਾ ਆਉਣ ਵਾਲਾ ਗੁਰ ਇਤਿਹਾਸ ਹੈ, ਸ੍ਰੀ ਗੁਰ ਕਥਾ ਦੇਵ ਦੇ ਸੰਪਦ ਉਹ ਸੁਣਨਾ ਕਰੋ। ਸਤਿਗੁਰਾਂ ਦੀ ਗੁਰੂ ਨਾਨਕ ਦੇਵ ਜੀਆਂ ਦੀ ਜੋ ਕਥਾ ਹੈ, ਇਹ ਦੇਵੀ ਗੁਣਾਂ ਨੂੰ ਭਾਵ ਸ਼ੁਭ ਗੁਣਾਂ ਨੂੰ ਦੇਣ ਵਾਲੀ ਹੈ। ਤ੍ਰਿਪਤ ਨ ਹੋਤ ਸ਼ਰਵਨ ਪੁਟ ਪੀਏ। ਇਹ ਜਿਹੜੇ ਸਰੂਤੇ ਜਨ ਨੇ, ਸਤਸੰਗੀ ਲੋਕ ਨੇ, ਸਤਿਗੁਰਾਂ ਦੀ ਕਥਾ ਸੁਣ ਸੁਣ ਕੇ ਰੱਜਦੇ ਨਹੀਂ। ਜੇ ਨਾਨਕ ਅਸਥਾਨੀ ਥੀਏ। ਤੇ ਭਾਈ ਬਾਲਾ ਜੀ ਕਹਿਣ ਲੱਗੇ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਦੇਵ ਜੀਆਂ ਦੀ ਗੱਦੀ ਉੱਪਰ ਬਿਰਾਜੇ ਹੋਏ ਨੇ। ਬਿਦਤ ਨ ਕਰਤ ਕਲਾ ਜਿਨ ਕੋਈ। ਉਹਨਾਂ ਨੇ ਆਪਣੀ ਕਲਾ, ਆਪਣੀ ਸ਼ਕਤੀ ਹਲੇ ਪ੍ਰਗਟ ਨਹੀਂ ਕੀਤੀ। ਸਭ ਕਰਾਮਾਤਾਂ ਸ਼ਕਤੀਆਂ ਲੁਕੋ ਕੇ ਬੈਠੇ ਨੇ। ਸੁਣੇ ਅਜਾਨ ਸਮਾਨੰ ਸੋਈ। ਤੇ ਬੜੇ ਅਣਜਾਣ ਜੇ ਬਣ ਕਰਕੇ ਸਤਿਗੁਰਾਂ ਦੀ ਸਾਰੀ ਕਥਾ ਸੁਣ ਰਹੇ ਨੇ। ਭਾਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਸਭ ਜਾਣੀ ਜਾਣਨੇ। ਤ੍ਰਿਕਾ ਲੱਖ ਦਾਸੀ ਸਭ ਜਾਣੈ। ਉਹ ਤਿੰਨਾਂ ਲੋਕਾਂ ਦੀਆਂ ਖਬਰਾਂ ਜਾਣਨ ਵਾਲੇ ਨੇ। ਫਿਰ ਗੁਰੂ ਨਾਨਕ ਦਾ ਜੀਵਨ ਕਿਵੇਂ ਨਾ ਜਾਣਦੇ ਹੋਣਗੇ। ਗੋਬਤ ਬੇਦਤ ਨਿਜ ਹਿਰਦੈ ਪਛਾਨੈ। ਉਹ ਸਭ ਜਾਣਦੇ ਨੇ ਕਿ ਸੰਸਾਰ ਉੱਪਰ ਗੁਪਤ ਵਰਤ ਰਿਹਾ ਹੈ, ਕੀ ਪ੍ਰਗਟ ਵਰਤ ਰਿਹਾ ਹੈ। ਜਿਉ ਸੰਗੀ ਬਹੁ ਵੇਖ ਕਰੇਈ। ਭਾਈ ਬਾਲਾ ਜੀ ਕਹਿੰਦੇ, ਜਿਵੇਂ ਕੋਈ ਭੇਖੀ ਬਹੁਤੇ ਤਰ੍ਹਾਂ ਦੇ ਭੇਖ ਬਣਾਉਂਦਾ ਹੈ, ਏਕ ਜੋਤ ਦਸ ਰੂਪ ਧਰੇਈ। ਇਸੇ ਤਰ੍ਹਾਂ ਹੀ ਦਸੇ ਪਾਤਸ਼ਾਹਾਂ ਨੇ ਜੋਤ ਇੱਕੋ ਹੈ ਤੇ ਸਰੀਰ ਵੱਖੋ ਵੱਖਰੇ ਨੇ। ਆਪਣਾ ਆਪ ਨ ਕਬਹਿ ਜਨਾਇਓ। ਤੇ ਦਸਾਂ ਪਾਤਸ਼ਾਹਾਂ ਨੇ ਹੀ ਕਦੇ ਵੀ ਆਪਣਾ ਆਪ ਨਹੀਂ ਜਨਾਇਆ। ਭਗਤ ਰੂਪ ਧਰ ਭਗਤ ਕਹਾਇਓ। ਭਗਤੀ ਦਾ ਰੂਪ ਨੂੰ ਧਾਰਨ ਕਰਕੇ ਆਪਣੇ ਆਪ ਨੂੰ ਸੰਸਾਰ ਦੇ ਉੱਪਰ ਭਗਤ ਹੀ ਕਹਾਇਆ ਹੈ। ਦੋਹਰਾ ਸਾਂਗੀ ਪਾਛਲ ਵੇਖ ਕੋ। ਕਹਿੰਦੇ ਜਿਵੇਂ ਕੋਈ ਭੇਖੀ ਬੰਦਾ ਬਹੁਤੇ ਭੇਖ ਬਣਾ ਕੇ ਕਾਪ ਨ ਬਤਾਵਹਿ ਕਹਾਇਓ। ਕਦੇ ਵੀ ਆਪਣਾ ਅਸਲ ਭੇਦ ਨਹੀਂ ਦਿੰਦਾ। ਜਿਵੇਂ ਸੰਗਤ ਜੀ ਹਾਥੀ ਦੇ ਦੰਦ ਹੁੰਦੇ ਨੇ, ਖਾਣ ਵਾਲੇ ਹੋਰ ਤੇ ਵਿਖਾਉਣ ਵਾਲੇ ਹੋਰ, ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਜੀ ਹੋਏ ਨੇ, ਹੋਏ ਪਰਮੇਸ਼ਰ ਰੂਪ ਨੇ। ਕਦੇ ਵੀ ਆਪਣੇ ਆਪ ਨੂੰ ਪਰਮੇਸ਼ਰ ਜਨਾਇਆ ਨਹੀਂ। ਸੰਸਾਰ ਦੇ ਵਿੱਚ ਆਮ ਲੋਕਾਂ ਵਾਂਗ ਵਿਚਰੇ ਨੇ। ਵੇਖ ਧਰੇ ਜਸ ਕ੍ਰਿਤ ਤਸ। ਕਹਿੰਦੇ ਜਿਵੇਂ ਕੋਈ ਭੇਖੀ ਬੰਦਾ ਜਿਹੋ ਜਿਹਾ ਕੰਮ ਹੋਵੇ ਉਹੋ ਜਿਹਾ ਭੇਖ ਬਣਾ ਲੈਂਦਾ ਹੈ। ਇਹ ਜਾਣੇ ਸਭ ਕੋਏ। ਇਹ ਸਾਰਾ ਹੀ ਸੰਸਾਰ ਜਾਣਦਾ ਹੈ। ਜਿਵੇਂ ਜਿਵੇਂ ਦਾ ਮਾਹੌਲ ਆਇਆ, ਉਵੇਂ ਉਵੇਂ ਗੁਰੂ ਸਾਹਿਬਾਨਾਂ ਨੇ ਆਪੋ ਆਪਣੇ ਰੂਪ ਬਣਾਏ ਨੇ। ਕਿਤੇ ਗੁਰੂ ਨਾਨਕ ਦੇਵ ਜੀ ਸ਼ਾਂਤੀ ਦੇ ਪੁੰਜ ਹੋਏ ਨੇ, ਗੁਰੂ ਅੰਗਦ ਦੇਵ ਜੀ ਸੇਵਾ ਦੇ ਪੁੰਜ, ਗੁਰੂ ਅਮਰਦਾਸ ਜੀ ਸੇਵਾ ਸਿਮਰਨ ਦੇ ਪੁੰਜ ਹੋਏ ਨੇ, ਗੁਰੂ ਰਾਮਦਾਸ ਪਾਤਸ਼ਾਹ ਜੀ ਸਿਮਰਨ ਦੇ ਪੁੰਜ ਹੋਏ ਨੇ। ਇਸੇ ਪ੍ਰਕਾਰ ਸ਼ਹੀਦੀਆਂ ਦੇ ਮਾਲਕ ਗੁਰੂ ਅਰਜਨ ਦੇਵ ਪਾਤਸ਼ਾਹ ਹੋਏ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਨੇ ਜੰਗ ਯੁੱਧ ਕੀਤੇ ਨੇ। ਜਿਵੇਂ ਜਿਵੇਂ ਦਾ ਸਮਾਂ ਬਣਿਆ ਹੈ, ਉਸੇ ਪ੍ਰਕਾਰ ਹੀ ਸਤਿਗੁਰਾਂ ਨੇ ਆਪਣੇ ਰੂਪ ਬਣਾ ਲਏ ਨੇ। ਸ੍ਰੀ ਬਾਲਾ ਸੰਤੁਰ ਬਾਚ। ਭਾਈ ਬਾਲਾ ਜੀ ਜੋ ਸੰਤੂ ਗੋਤ ਨਾਲ ਸੰਬੰਧ ਰੱਖਦੇ ਨੇ, ਆਉਣ ਵਾਲਾ ਇਤਿਹਾਸ ਇਸ ਪ੍ਰਕਾਰ ਦੱਸਦੇ ਨੇ। ਦੋਹਰਾ ਭਈ ਏਮਨਾ ਬਾਦ ਮਹਿ। ਕਹਿੰਦੇ ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਏਮਨਾਬਾਦ ਵਿੱਚ ਇਹ ਵਿਦ ਕਥਾ ਸੁਜਾਨ। ਇਸ ਪ੍ਰਕਾਰ ਜਿਹੜੀ ਕਥਾ ਉਥੋਂ ਦੀ ਪ੍ਰਾਪਤ ਹੋਈ ਹੈ, ਬਣੀ ਹੈ। ਆਪ ਤਲਵੰਡੀ ਕੀ ਕਹੋ। ਕਹਿੰਦੇ ਹੁਣ ਮੈਂ ਜੋ ਸੰਗਤ ਜੀ ਆਪ ਜੀਆਂ ਨੇ ਜੋ ਪਿਛਲੀ ਕਥਾ ਅਧਿਆਏ ਸੁਣਿਆ ਹੈ, ਭਾਈ ਬਾਲਾ ਜੀ ਕਹਿੰਦੇ ਉਹ ਸਾਰਾ ਹੀ ਏਮਨਾਬਾਦ ਨਗਰ ਦੀ ਕਥਾ ਸੀ। ਤੇ ਹੁਣ ਜਿਹੜੀ ਮੈਂ ਕਥਾ ਕਹਿੰਦਾ ਹਾਂ, ਇਹ ਰਾਏ ਭੋਏ ਦੀ ਤਲਵੰਡੀ ਦੀ ਹੈ। ਸੁਨੇ ਦਇਆ ਨਿਧਾਨ। ਸੁਣਨਾ ਕਰੋ ਦਿਆਲੂ ਕਿਰਪਾਲੂ, ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀਆਂ ਦੀ ਕਥਾ। ਚੌਪਈ ਬਾਲਾ ਧਰ ਧਿਆਨ ਸੁਖ ਰਾਸੂ। ਭਾਈ ਬਾਲਾ ਜੀ ਸੁੱਖਾਂ ਦੀ ਪੂੰਜੀ ਗੁਰੂ ਨਾਨਕ ਦੇਵ ਜੀਆਂ ਦਾ ਧਿਆਨ ਧਰਦੇ ਹੋਏ ਉਚਰਨ ਲੱਗਾ ਬਾਹਰ ਇਤਿਹਾਸੂ।
ਤੇ ਦੱਸਣ ਲੱਗੇ ਨੇ ਭਾਈ ਬਾਲਾ ਜੀ ਆਉਣ ਵਾਲਾ ਗੁਰ ਇਤਿਹਾਸ। ਪੂਰਬ ਤਲਵੰਡੀ ਹੋ ਆਇਓ। ਭਾਈ ਬਾਲਾ ਜੀ ਕਹਿੰਦੇ ਜਦੋਂ ਗੁਰੂ ਨਾਨਕ ਦੇਵ ਜੀ ਏਮਨਾਬਾਦ ਵੱਲ ਚਲੇ ਗਏ ਨੇ, ਮੈਂ ਵੀ ਸੁਲਤਾਨਪੁਰ ਲੋਧੀ ਨੂੰ ਛੱਡ ਕਰਕੇ ਆਪਣੇ ਨਗਰ ਰਾਏ ਭੋਏ ਦੀ ਤਲਵੰਡੀ ਆ ਗਿਆ ਸੀ। ਕਾਲੂ ਕੋ ਕਹੇ ਜਾਏ ਸੁਨਾਇਓ। ਤੇ ਬਾਬਾ ਕਲਿਆਣ ਚੰਦ ਨੂੰ ਜਦੋਂ ਮੇਰੀ ਖਬਰ ਪਤਾ ਲੱਗੀ ਹੈ, ਸੁਣ ਕਰ ਪੂਰਨ ਆਵਾ ਧਾਈ। ਤੇ ਛੇਤੀ ਦੇ ਨਾਲ ਬਾਬਾ ਕਲਿਆਣ ਚੰਦ ਆਪਣੇ ਘਰੋਂ ਮੇਰੇ ਘਰ ਆਏ ਨੇ। ਪੁੱਛਣ ਲਗਾ ਕੁਸ਼ਲ ਮੁਝ ਤਾਈ। ਤੇ ਮੈਨੂੰ ਸਾਰੀ ਸੁਲਤਾਨਪੁਰ ਲੋਧੀ ਦੀ ਸੁਖ ਸ਼ਾਂਤ ਪੁੱਛਣ ਲੱਗਾ ਹੈ। ਦੇਕਰ ਕੁਸ਼ਲ ਨਾਨਕੀ ਕੀ ਤਬ। ਤੇ ਮੈਂ ਸਾਰੀ ਖੁਸ਼ੀ ਦੀ ਖਬਰ, ਸੁਖ ਸ਼ਾਂਤ ਦੀ ਖਬਰ ਬੇਬੇ ਨਾਨਕੀ ਜੀ ਦੇ ਪਰਿਵਾਰ ਦੀ ਦਿੱਤੀ ਹੈ। ਗੁਰੂ ਨਾਨਕ ਵਰਤਾਂਤ ਭਨਿਓ ਸਭ। ਤੇ ਫਿਰ ਬਾਬਾ ਕਲਿਆਣ ਚੰਦ ਦੇ ਪਰਿਵਾਰ ਨੂੰ ਗੁਰੂ ਨਾਨਕ ਦੇਵ ਜੀਆਂ ਨੇ ਜੋ ਕੌਤਕ ਕਰਾਮਾਤਾਂ ਸੁਲਤਾਨਪੁਰ ਲੋਧੀ ਵਿੱਚ ਰਹਿ ਕੇ ਕੀਤੀਆਂ ਨੇ ਉਹ ਦੱਸੀਆਂ ਨੇ। ਰਹੇ 3 ਦਿਨ ਸਰਤਾ ਮਾਹੀ। ਭਾਈ ਬਾਲਾ ਜੀ ਕਹਿੰਦੇ ਬਾਬਾ ਕਲਿਆਣ ਚੰਦ ਆਪ ਜੀਆਂ ਦਾ ਪੁੱਤਰ ਗੁਰੂ ਨਾਨਕ 3 ਦਿਨ ਨਦੀ ਦੇ ਅੰਦਰ ਬਿਰਾਜੇ ਰਹੇ ਨੇ। ਨਿਕਸੇ ਬਹੁਰ ਕਰੀ ਕਿਤ ਨਾਹੀ। ਤੇ ਜਦੋਂ ਵੀ ਨਦੀ ਤੋਂ ਬਾਹਰ ਆਏ ਫਿਰ ਆ ਕਰਕੇ ਉਹਨਾਂ ਨੇ ਕੋਈ ਵੀ ਮੋਦੀ ਖਾਨੇ ਦਾ ਕੰਮ ਨਹੀਂ ਕੀਤਾ। ਆਪਨ ਤੋਂ ਸਭ ਦਰਬ ਲਟਾਇਆ। ਤੇ ਜਿਹੜਾ ਆਪਣੇ ਕੋਲ ਧਨ ਸੀ ਅਤੇ ਮੋਦੀ ਖਾਨੇ ਵਿੱਚ ਸਮਾਨ ਸੀ ਸਾਰਾ ਗਰੀਬਾਂ ਲੋੜਵੰਦਾਂ ਵਿੱਚ ਲੁਟਾ ਦਿੱਤਾ, ਵੰਡ ਦਿੱਤਾ ਹੈ। ਕਬਰੇ ਨਿਵਾਬ ਹਿਸਾਬ ਕਰਾਇਆ। ਤੇ ਫਿਰ ਨਵਾਬ ਦੌਲਤ ਖਾਨ ਨੇ ਵੀ ਸਤਿਗੁਰਾਂ ਦੇ ਨਾਲ ਹਿਸਾਬ ਕਿਤਾਬ ਕੀਤਾ ਸੀ। ਦੋਹਰਾ ਨਿਕਸੇ ਬਾਕੀ 700। ਤੇ ਫਿਰ ਬਾਅਦ ਦੇ ਵਿੱਚ ਜਦੋਂ ਹਿਸਾਬ ਕਿਤਾਬ ਹੋਇਆ ਸਤਿਗੁਰਾਂ ਦੇ ਵੱਲ 760 ਰੁਪਏ ਰਜਤ ਪਨ ਔਰ ਵੱਧਦੇ ਨਿਕਲੇ ਨੇ। 760 ਰੁਪਏ ਸਤਿਗੁਰਾਂ ਦੇ ਨਵਾਬ ਦੌਲਤ ਖਾਨ ਵੱਲ ਉਸ ਸਮੇਂ ਵੱਧ ਨਿਕਲੇ ਸਨ। ਆਪ ਲਏ ਮੁੱਲੇ ਤਬੇ। ਤੇ ਅੱਧੇ ਪੈਸੇ ਜੋ ਗੁਰੂ ਨਾਨਕ ਦੇਵ ਜੀਆਂ ਦੇ ਸਹੁਰਾ ਨੇ ਭਾਈ ਮੂਲ ਚੰਦ ਉਹ ਲੈ ਗਏ ਸਨ। ਕਰ ਪੁਕਾਰ ਤਹਿ ਠੌਰ। ਉਹਨਾਂ ਨੇ ਵੀ ਉੱਥੇ ਆ ਕੇ ਪੁਕਾਰ ਕੀਤੀ ਸੀ। ਜੋ ਪਈ ਰਹਿਓ ਸ੍ਰੀ ਚੰਦਪੁਰ ਸੁਲਤਾਨਾ। ਤੇ ਉਦੋਂ ਬਾਅਦ ਜਿਹੜਾ ਬਾਬਾ ਸ਼੍ਰੀ ਚੰਦ ਹੈ ਗੁਰੂ ਨਾਨਕ ਦੇਵ ਜੀਆਂ ਦਾ ਵੱਡਾ ਪੁੱਤਰ ਬਾਬਾ ਕਲਿਆਣ ਚੰਦ ਜੀ ਉਹ ਆਪ ਜੀਆਂ ਦੀ ਪੁੱਤਰੀ ਬੇਬੇ ਨਾਨਕੀ ਕੋਲ ਰਿਹਾ ਹੈ। ਮੂਲਾ ਲੇਕਰ ਸੁਤਾ ਪਿਆਨਾ। ਤੇ ਦੁਖੀ ਹੋ ਕਰਕੇ ਭਾਈ ਮੂਲ ਚੰਦ ਆਪਣੀ ਪੁੱਤਰੀ ਤੇ ਬਾਬਾ ਲਖਮੀ ਚੰਦ ਨੂੰ ਲੈ ਕਰਕੇ ਆਪਣੇ ਨਗਰ ਬਟਾਲੇ ਵਿੱਚ ਚਲਾ ਗਿਆ ਸੀ। ਮਨ ਮਸੀਤ ਮਹਿ ਜੈਸੇ ਹੋਈ। ਤੇ ਫਿਰ ਮਸੀਤ ਦੇ ਅੰਦਰ ਸਤਿਗੁਰਾਂ ਨੇ ਕੌਤਕ ਵਿਖਾਏ ਸਨ। ਕਾਲ ਟੈਕ ਮੈਂ ਭਾਖੀ ਸੋਈ। ਤੇ ਭਾਈ ਬਾਲਾ ਜੀ ਕਹਿੰਦੇ ਕਿ ਮੈਂ ਸਾਰਾ ਕੁਝ ਹੀ ਬਾਬਾ ਕਲਿਆਣ ਚੰਦ ਨੂੰ ਦੱਸਿਆ ਹੈ। ਸ੍ਰੀ ਨਾਨਕ ਲਖ ਹਰ ਅਵਤਾਰਾ। ਕਿ ਬਾਬਾ ਕਲਿਆਣ ਚੰਦ ਜੀ ਜਾਣ ਲਵੋ ਜੋ ਤੁਹਾਡਾ ਪੁੱਤਰ ਹੈ ਨਾ ਉਹ ਪਰਮੇਸ਼ਰ ਰੂਪ ਹੈ। ਕੁਲ ਤੁਮਰੀ ਮਹਿ ਭਇਓ ਉਜਾਰਾ। ਤੇ ਤੁਹਾਡੇ ਕੁਲ ਨੂੰ ਉਜਾਰਾ ਭਾਵ ਪ੍ਰਕਾਸ਼ ਕਰਨ ਵਾਲਾ ਹੈ ਸੂਰਜ ਵਾਂਗ। ਵੈਸੇ ਵਹਿਰ ਅਬਹੇ ਉਦਿਆਨਾ। ਤੇ ਹੁਣ ਤਾਂ ਮਹਾਰਾਜ ਬਾਰ-ਬਾਰ ਜੰਗਲਾਂ ਦੇ ਵਿੱਚ ਬਿਰਾਜੇ ਹੋਏ ਸਨ। ਕਬ ਆਵਹੇ ਸੁਸਾ ਸਥਾਨਾ। ਤੇ ਕਦੇ-ਕਦੇ ਆ ਕਰਕੇ ਆਪਣੀ ਭੈਣ ਬੇਬੇ ਨਾਨਕੀ ਨੂੰ ਮਿਲ ਜਾਂਦੇ ਸਨ। ਸੁਣ ਕਰ ਕਾਲੂ ਰਸ ਉਪਜਾਈ। ਤੇ ਸੁਣ ਕਰਕੇ ਬਾਬਾ ਕਲਿਆਣ ਚੰਦ ਨੇ ਇਹ ਸਾਰਾ ਵਰਤਾਂਤ ਬਹੁਤਾ ਗੁੱਸਾ ਕੀਤਾ ਹੈ। ਬਹੁਬਿਦ ਮੁਝ ਸੋ ਕੀਨ ਲੜਾਈ। ਭਾਈ ਬਾਬਾ ਜੀ ਕਹਿੰਦੇ ਬਹੁਤਿਆਂ ਤਰੀਕਿਆਂ ਦੇ ਨਾਲ ਬਹਾਨੇ ਲੱਭ ਕੇ ਬਾਬਾ ਕਲਿਆਣ ਚੰਦ ਨੇ ਮੇਰੇ ਨਾਲ ਝਗੜਾ ਕੀਤਾ ਹੈ। ਨਾਨਕ ਕਤ ਬਹੁਤ ਕਮਾਈ। ਕਿ ਗੁਰੂ ਨਾਨਕ ਨੂੰ ਮੈਂ ਆਪਣੇ ਅੱਖੀਂ ਵੇਖਿਆ ਹੈ। ਬਾਬਾ ਕਲਿਆਣ ਚੰਦ ਕਹਿੰਦੇ ਉਹ ਤਾਂ ਬਹੁਤੀ ਕਮਾਈ ਕਰ ਰਿਹਾ ਸੀ। ਸੋ ਬਾਲੇ ਤੈ ਦੀਨ ਗਵਾਈ। ਭਾਈ ਬਾਲੇ ਜਦੋਂ ਦਾ ਜਾ ਕਰਕੇ ਤੂੰ ਮੇਰੇ ਪੁੱਤਰ ਦੇ ਨਾਲ ਮਿਲਿਆ ਹੈ ਨਾ ਉਦੋਂ ਦੀ ਸਾਰੀ ਕਮਾਈ ਤੂੰ ਖਰਾਬ ਕੀਤੀ ਹੈ, ਲਗਾ ਦਿੱਤੀ ਹੈ, ਨਾਸ਼ ਕੀਤੀ ਹੈ। ਦੋਹਰਾ ਮੋਦੀ ਕ੍ਰਿਤ ਮਹਿਤਾ
ਸਰਬ ਬਹੁ। ਬਾਬਾ ਕਲਿਆਣ ਚੰਦ ਕਹਿੰਦੇ ਮੈਂ ਜਾਣਦਾ ਹਾਂ ਮੋਦੀ ਖਾਨੇ ਦੇ ਕੰਮ ਦੇ ਵਿੱਚ ਬਹੁਤੀ ਮਾਇਆ। ਵਦਤ ਆਪ ਤੋਂ ਹਾਥ। ਬਹੁਤੀ ਮਾਇਆ ਵੱਧ ਰਹੀ ਸੀ, ਬਹੁਤੀ ਕਮਾਈ ਹੋ ਰਹੀ ਸੀ, ਗੁਰੂ ਨਾਨਕ ਦੇ ਹੱਥ ਵਿੱਚ ਸੀ। ਸੋ ਬਾਲੇ ਤੈ ਖੋਏ ਕਰ। ਇਹ ਭਾਈ ਬਾਲੇ ਤੂੰ ਮੇਰੇ ਪੁੱਤਰ ਦੀ ਸੰਗਤ ਸਾਥ ਛੱਡ ਕੇ ਦੀਨ ਫਕੀਰਨ ਸਾਥ। ਕਿਵੇਂ ਫਕੀਰਾਂ ਦੇ ਨਾਲ ਮੇਰੇ ਪੁੱਤਰ ਨੂੰ ਰਲਾ ਦਿੱਤਾ ਹੈ। ਚੌਪਈ ਤਾਹੇ ਰਲਾਏ ਫਕੀਰਨ ਮਾਹੀ। ਕਿਉਂ ਤੂੰ ਮੇਰੇ ਪੁੱਤਰ ਨੂੰ ਛੱਡ ਕਰਕੇ ਉਹਨੂੰ ਫਕੀਰਾਂ ਦੇ ਵਿੱਚ ਰਲਾਇਆ ਹੈ। ਕੁਲ ਉਦਰੀ ਤਬ ਮੁਝ ਸੋ ਤੇ ਪ੍ਰਾਹੀ। ਮੈਨੂੰ ਕਹਿ ਰਿਹਾ ਹੈ ਕਿ ਤੇਰਾ ਪੁੱਤਰ ਤੇਰੇ ਕੁਲ ਨੂੰ ਪ੍ਰਕਾਸ਼ ਕਰਨ ਵਾਲਾ ਹੈ, ਰੋਸ਼ਨ ਕਰਨ ਵਾਲਾ ਹੈ। ਇਸ ਪ੍ਰਕਾਰ ਮੇਰੇ ਨਾਲ ਤੂੰ ਗੱਲਾਂ ਕਰਦਾ ਹੈ। ਸੁਖ ਸੋ ਆਪ ਆਨ ਕਰ ਬੈਸਾ। ਆਪ ਤਾਂ ਤੂੰ ਸੁੱਖਾਂ ਦੇ ਸਹਿਤ ਸੁਲਤਾਨਪੁਰ ਲੋਧੀ ਨੂੰ ਛੱਡ ਕਰਕੇ ਰਾਏ ਭੋਏ ਦੀ ਤਲਵੰਡੀ ਆਪਣੇ ਘਰ ਬੈਠਾ ਹੈ। ਨਰਕ ਲੁਟਾਵਤ ਨਹੀਂ ਰੱਖੇ ਸਾ। ਤੇ ਕੋਈ ਵੀ ਧਨ ਆਪਣੇ ਕੋਲ ਨਹੀਂ ਰੱਖਿਆ, ਸਾਰਾ ਹੀ ਧਨ ਲੁਟਾ ਦਿੱਤਾ ਹੈ। ਇਕਠੋ ਦਰਬ ਨਾ ਕਛ ਕਰਵਾਇਓ। ਕੋਈ ਵੀ ਧਨ ਸਾਂਭ ਕੇ ਨਹੀਂ ਰੱਖਿਆ, ਇਕੱਠਾ ਨਹੀਂ ਕੀਤਾ। ਜੋ ਆਪਤ ਸਭ ਬਾਦ ਲੁਟਾਇਓ। ਜਿੰਨੇ ਵੀ ਧਨ ਦੀ ਕਮਾਈ ਹੋਈ ਸੀ ਸਾਰੀ ਹੀ ਵਿਅਰਥ ਗਵਾਈ ਹੈ। ਖਾਵਤ ਖਰਚਤ ਇਕਸੀ ਜੋਰੀ। ਤੁਸੀਂ ਰਲ ਮਿਲ ਕੇ ਖਾਂਦੇ ਸੀ, ਖਰਚਦੇ ਸੀ, ਇੱਕੋ ਜਿਹੀ ਤੁਹਾਡੀ ਜੋੜੀ ਸੀ। ਧਨ ਕੀ ਕਮੀ ਨਾ ਮੰਨਤੈ ਥੋਰੀ। ਭਾਈ ਬਾਲਾ ਜੀ ਕਹਿੰਦੇ ਬਾਬਾ ਕਲਿਆਣ ਚੰਦ ਦੇ ਮਨ ਦੇ ਅੰਦਰ ਜੋ ਧਨ ਨੂੰ ਗਵਾਉਣ ਦੀ ਗਮੀ ਹੈ, ਜੋ ਦੁੱਖ ਹੈ, ਉਹ ਥੋੜਾ ਨਹੀਂ ਬਹੁਤਾ ਹੈ। ਸੁਨ ਕਰ ਮੈਂ ਗੁਣ ਬਚਨ ਅਲਾਏ। ਇਸ ਪ੍ਰਕਾਰ ਮੈਂ ਬਚਨ ਸੁਣ ਕੇ ਭਾਈ ਬਾਲਾ ਜੀ ਕਹਿੰਦੇ ਕਹਿਣਾ ਕੀਤਾ ਹੈ। ਸੁਤਾ ਸੁਤਾਪਤ ਬੁਝਿ ਤੇ ਜਾਏ। ਤੁਸੀਂ ਜਾ ਕਰਕੇ ਆਪਣੀ ਪੁੱਤਰੀ ਬੇਬੇ ਨਾਨਕੀ, ਆਪਣੇ ਜਵਾਈ ਭਾਈ ਜੈ ਰਾਮ ਨੂੰ ਸਭ ਕੁਝ ਪੁੱਛ ਲਵੋ। ਬਿਨਾ ਲਖੇ ਕਿਉਂ ਕਰਖੋ ਰੋਸੂ। ਤੇ ਤੁਸੀਂ ਕੁਝ ਜਾਣਦੇ ਨਹੀਂ, ਅੱਖੀਂ ਵੇਖਿਆ ਨਹੀਂ, ਮੇਰੇ ਤੇ ਗੁੱਸਾ ਕਿਉਂ ਕਰਦੇ ਹੋ। ਤੇਰੇ ਬੂਝ ਮੁਝ ਦੀਜੈ ਦੋਸੂ। ਉਹਨਾਂ ਤੋਂ ਪਹਿਲਾਂ ਪੁੱਛ ਲਵੋ, ਜੇ ਮੇਰੀ ਕੋਈ ਗਲਤੀ ਹੋਈ ਫਿਰ ਮੇਰਾ ਕਸੂਰ ਕੱਢਿਓ। ਦੋਹਰਾ ਬਹੁਤ ਬਰਖ ਮੈਂ ਆਪਣੀ। ਭਾਈ ਬਾਲਾ ਜੀ ਕਹਿੰਦੇ ਮੈਂ ਤਾਂ ਬਹੁਤੇ ਸਾਲ ਆਪਣੀ ਜ਼ਿੰਦਗੀ ਦੇ ਨਹੀਂ ਕਮਾਈ ਖੋਏ। ਮੈਂ ਤਾਂ ਆਪਣੀ ਬਹੁਤੇ ਸਾਲ ਜ਼ਿੰਦਗੀ ਦੇ ਤੁਹਾਡੇ ਪੁੱਤਰ ਨਾਲ ਬਤੀਤ ਕੀਤੇ ਨੇ, ਆਪਣੀ ਵੀ ਕਮਾਈ ਸਾਰੀ ਖੋ ਲਈ ਹੈ। ਸ੍ਰੀ ਨਾਨਕ ਸੰਗ ਰਹਤੇ ਹੋ। ਮੈਂ ਤਾਂ ਆਪ ਗੁਰੂ ਨਾਨਕ ਦੇਵ ਜੀ ਦੇ ਨਾਲ ਰਹਿੰਦੇ ਆ। ਜਾਣਤ ਹੈ ਸਭ ਕੋਏ। ਸਾਰਾ ਹੀ ਸੰਸਾਰ ਜਾਣਦਾ ਹੈ, ਸੁਲਤਾਨਪੁਰ ਲੋਧੀ ਰਾਏ ਭੋਏ ਦੀ ਤਲਵੰਡੀ ਸਾਰੇ ਨਗਰ ਦੇ ਲੋਕ ਜਾਣਦੇ ਨੇ ਕਿ ਮੈਂ ਆਪ ਕੋਈ ਕਿਰਤ ਕਮਾਈ ਨਹੀਂ ਕੀਤੀ, ਆਪਣੇ ਪਰਿਵਾਰ ਦਾ ਨਹੀਂ ਸੋਚਿਆ, ਗੁਰੂ ਨਾਨਕ ਦੇਵ ਜੀਆਂ ਦੇ ਨਾਲ ਹੀ ਸਮਾਂ ਬਤੀਤ ਕੀਤਾ ਹੈ। ਜੋ ਪਈ ਧਨ ਕੀ ਮੋਜ ਕੋ ਰੰਚ ਨਾ ਚਾਹੀ। ਭਾਈ ਬਾਲਾ ਜੀ ਕਹਿਣ ਲੱਗੇ ਮੇਰੇ ਮਨ ਅੰਦਰ ਧਨ ਨੂੰ ਕਮਾਉਣ ਦੀ ਰਤੀ ਪਰ ਇੱਛਾ ਨਹੀਂ ਹੈ। ਜਨ ਸੁਧਾਰ ਲੱਖੋ ਭਵ ਮਾਹੀ। ਮੈਂ ਤਾਂ ਸੰਸਾਰ ਦੇ ਵਿੱਚ ਆਪਣਾ ਮਨੁੱਖਾ ਜੀਵਨ ਸੁਧਾਰਨ ਵਾਸਤੇ, ਸਫਲਾ ਕਰਨ ਵਾਸਤੇ ਆਇਆ ਹਾਂ। ਮੋ ਸੰਗ ਕਿਉਂ ਝਗੜ ਕੋ ਤੁਮ ਐਸੇ। ਬਾਬਾ ਕਲਿਆਣ ਚੰਦ ਜੀ ਮੇਰੇ ਨਾਲ ਕਿਉਂ ਝਗੜਾ ਕਰਦੇ ਹੋ। ਜੋ ਸੁਤਾ ਭਾਈ ਵਿਦ ਜੈਸੇ। ਤੇ ਆਪ ਜੀ ਸਾਰੀ ਖਬਰ ਆਪਣੀ ਪੁੱਤਰੀ ਕੋਲੋਂ ਪੁੱਛ ਲਵੋ, ਬੇਬੇ ਨਾਨਕੀ ਕੋਲੋਂ ਪੁੱਛਣਾ ਕਰੋ ਜੀ। ਇਹ ਵਿਦ ਸੋਨ ਕਾਲੂ ਰਹਿ ਗਇਓ। ਭਾਈ ਬਾਲਾ ਜੀ ਕਹਿੰਦੇ ਮੇਰੇ ਨਾਲ ਇਸ ਪ੍ਰਕਾਰ ਬਚਨ ਬਲਾਸ ਝਗੜਾ ਕਰਕੇ ਬਾਬਾ ਕਲਿਆਣ ਚੰਦ ਜੀ ਆਪਣੇ ਘਰ ਵਾਪਸ ਗਏ ਨੇ। ਕਾਲ ਬਤੀਤ ਕਛੁਕ ਤਹਿ ਭਇਓ। ਜਦੋਂ ਕੁਝ ਕੁ ਸਮਾਂ ਇਸੇ ਪ੍ਰਕਾਰ ਨਗਰ ਦੇ ਵਿੱਚ ਬਤੀਤ ਹੋਇਆ ਹੈ। ਆਵਾ ਤਲਵੰਡੀ ਮਰਦਾਨਾ। ਤੇ ਭਾਈ ਮਰਦਾਨੇ ਦਾ ਤਲਵੰਡੀ ਆਪਣੇ ਘਰ ਆਉਣ ਦੀ ਖਬਰ ਪਤਾ ਲੱਗੀ ਹੈ। ਨਿਜ ਪਰਿਵਾਰ ਮਿਲਿਓ ਸੁਖਮਾਨਾ। ਤੇ ਭਾਈ ਮਰਦਾਨਾ ਜੀ ਆ ਕਰਕੇ ਆਪਣੇ ਪਰਿਵਾਰ ਨੂੰ ਮਿਲੇ ਨੇ, ਬਹੁਤਾ ਸੁਖ ਮਾਣਿਆ ਹੈ। ਸੁਨ ਕਾਲੂ ਪਨ ਲਿਓ ਬੁਲਾਈ। ਤੇ ਜਦੋਂ ਪਤਾ ਲੱਗਿਆ ਇਹ ਨਾ ਭਾਈ ਮਰਦਾਨਾ ਮੇਰੇ ਪੁੱਤਰ ਦੇ ਕੋਲੋਂ ਆਇਆ ਹੈ, ਬਾਬਾ ਕਲਿਆਣ ਚੰਦ ਨੇ
ਆਪਣੇ ਘਰ ਬੁਲਾਇਆ ਹੈ। ਕਹੋ ਸੁਧ ਨਾਨਕ ਹੈ ਕਹਿ ਤੇ ਥਾਈ। ਪੁੱਛਣਾ ਕੀਤਾ ਹੈ ਮਰਦਾਨੇ ਦੱਸਣਾ ਕਰ ਮੇਰਾ ਪੁੱਤਰ ਇਸ ਵਕਤ ਕਿਸ ਜਗ੍ਹਾ ਉੱਪਰ ਹੈ। ਅਵਲੋਕਿਓ ਕੋ ਬਿਦ ਤਹ ਜਾਹੀ। ਕਿਵੇਂ ਤੂੰ ਮੇਰੇ ਪੁੱਤਰ ਨੂੰ ਵੇਖਿਆ ਹੈ, ਕੈਸੀ ਉਸ ਦੀ ਹਾਲਤ ਹੈ। ਰਹਿਓ ਬਾਬਰਾ ਕਹਿ ਸੁਧ ਪਾਈ। ਮੇਰਾ ਪੁੱਤਰ ਹਜੇ ਵੀ ਮਸਤਾਨਾ ਹੀ ਹੈ ਜਾਂ ਸਮਝਦਾਰ ਹੋ ਗਿਆ ਹੈ। ਦੋਹਰਾ ਸੁਧ ਨਾਨਕ ਕੀ ਲਿਖੋ ਤੁਮ। ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਕਲਿਆਣ ਚੰਦ ਜੀ ਸੁਣਨਾ ਕਰੋ ਆਪਣੇ ਪੁੱਤਰ ਦੀ ਖਬਰ। ਸੁਨੋ ਕਾਨ ਜਜਮਾਨ। ਇਹ ਜਜਮਾਨ ਕੰਨ ਲਾ ਕੇ ਸੁਣੋ ਜੀ। ਗੱਟੀ ਨ ਗੁਨੇ ਤਿਨ ਕਰਿਓ। ਤੇ ਆਪਣੇ ਮਨ ਦੇ ਅੰਦਰ ਐਵੇਂ ਝੂਠੇ ਜੇ ਖਿਆਲ ਲਾ ਕੇ ਗਿਣਤੀਆਂ ਮਿਣਤੀਆਂ ਆਪਣੇ ਮਨੋਂ ਨਾ ਕਰੋ। ਸਭ ਕੁਲ ਕਾ ਕਲਿਆਣ। ਜਿਹੜਾ ਤੁਹਾਡਾ ਪੁੱਤਰ ਹੈ ਨਾ ਗੁਰੂ ਨਾਨਕ ਉਹ ਸਾਰੀ ਤੁਹਾਡੀ ਕੁਲ ਦਾ ਕਲਿਆਣ ਕਰੇਗਾ। ਚੌਪਈ ਪਰਮ ਰੂਪ ਪਰਮੇਸ਼ਰ ਪਰਾ। ਉਹ ਪਰਮੇਸ਼ਰ ਰੂਪ ਹੈ, ਸੰਸਾਰ ਦੇ ਉੱਪਰ ਹੈ। ਸੋ ਤੁਮ ਘਰ ਤਨ ਧਰ ਅਵਤਾਰਾ। ਤੇ ਤੁਹਾਡੇ ਘਰ ਆਪ ਪਰਮੇਸ਼ਰ ਨੇ ਰੂਪ ਧਾਰਨ ਕੀਤਾ ਹੈ। ਗੁਰੂ ਨਾਨਕ ਦਾ ਤੁਹਾਡੇ ਘਰ ਪ੍ਰਕਾਸ਼ ਹੋਇਆ ਹੈ। ਮੰਦਮਤੀ ਕਲਕਾਲ ਵਿਸਾਲਾ। ਤੇ ਕਲਯੁਗ ਦੇ ਭੈੜੇ ਸਮੇਂ ਦੇ ਵਿੱਚ ਭੈੜੀ ਮਤ ਵਾਲਿਆਂ ਨੂੰ ਛੁਟਵਾਵੇ ਬਹੁ ਨਰ ਜਮ ਜਾਲਾ। ਉਹਨਾਂ ਨੇ ਬਹੁਤਿਆਂ ਮਨੁੱਖਾਂ ਨੂੰ ਸਿੱਧੇ ਰਸਤੇ ਪਾਇਆ ਹੈ, ਸਿੱਖੀ ਦਾ ਘਰ ਦੱਸਿਆ ਹੈ। ਸਿੱਧੇ ਰਸਤੇ ਪਾ ਕਰਕੇ ਬਹੁਤਿਆਂ ਦਾ ਕਲਿਆਣ ਕੀਤਾ ਹੈ। ਭੇਵ ਨਾ ਤਿਲ ਕੋ ਜਾਣਿਓ ਜਾਵਕੇ। ਉਹਨਾਂ ਦਾ ਭੇਦ ਨਹੀਂ ਜਾਣਿਆ ਜਾ ਸਕਦਾ। ਕਰਮ ਢੇਰ ਅਚਰਜ ਔਰ ਆਵਹੇ। ਕਿਉਂਕਿ ਜਿਹੜੇ ਉਹਨਾਂ ਦੇ ਕਰਮ ਨੇ ਕੰਮ ਨੇ ਬਹੁਤਾ ਹੈਰਾਨ ਕਰਨ ਵਾਲੇ ਨੇ। ਮੀਰ ਮੀਰ ਨਹਿ ਸੰਸਰ ਕੋਈ। ਉਹਨਾਂ ਦੇ ਬਰਾਬਰ ਨਾ ਤਾਂ ਕੋਈ ਫਕੀਰ ਹੈ, ਕੋਈ ਦੇਵੀ ਦੇਵਤਾ ਹੈ, ਨਾ ਕੋਈ ਉਹਨਾਂ ਦੇ ਬਰਾਬਰ ਰਾਜਾ ਹੈ। ਕਲਾ ਵਿਸਾਲ ਰੱਖੀ ਜਿਨ ਕੋਈ। ਉਹਨਾਂ ਨੇ ਬਹੁਤੀਆਂ ਕਲਾ ਆਪਣੇ ਅੰਦਰ ਛੁਪਾ ਰੱਖੀਆਂ ਨੇ, ਸ਼ਕਤੀ ਛੁਪਾ ਰੱਖੀ ਹੈ, ਪ੍ਰਗਟ ਨਹੀਂ ਕਰਦੇ। ਕੀਓ ਇਮਨਾ ਬਾਦ ਬਿਆਨਾ। ਤੇ ਹੁਣ ਤਾਂ ਮਹਾਰਾਜ ਨੇ ਸੁਲਤਾਨਪੁਰ ਲੋਧੀ ਤੋਂ ਅੱਗੇ ਏਮਨਾਬਾਦ ਨਗਰ ਵਿੱਚ ਜਾਣਾ ਕੀਤਾ ਹੈ। ਮੋਹ ਵੀ ਗਇਓ ਸੰਗ ਦਹਖਾਨਾ। ਤੇ ਮੈਂ ਵੀ ਉਹਨਾਂ ਦੇ ਨਾਲ ਹੀ ਗਿਆ ਸੀ। ਟਿਕੇ ਤਹਾਂ ਮੈਂ ਆਇਓ ਅਵਾਸਾ। ਉਹ ਉੱਥੇ ਹੀ ਟਿਕੇ ਹੋਏ ਨੇ। ਗੁਰੂ ਨਾਨਕ ਦੇਵ ਜੀ ਆਪ ਜੀਆਂ ਦੇ ਪੁੱਤਰ ਏਮਨਾਬਾਦ ਨਗਰ ਵਿੱਚ ਨੇ ਤੇ ਮੈਂ ਆਪਣੇ ਘਰ ਦੀ ਖਬਰ ਲੈਣ ਆਇਆ ਹਾਂ। ਮਿਲ ਕਰ ਬਹੁਰ ਜਾਓ ਤਿਨ ਪਾਸਾ। ਤੇ ਮੈਂ ਛੇਤੀ ਹੀ ਆਪਣੇ ਪਰਿਵਾਰ ਨੂੰ ਮਿਲ ਕਰਕੇ ਰਸਤ ਵਸਤ ਪੂਰੀ ਕਰਕੇ ਵਾਪਸ ਗੁਰੂ ਨਾਨਕ ਦੇਵ ਜੀਆਂ ਕੋਲ ਜਾਵਾਂਗਾ। ਦੋਹਰਾ ਸੁਣ ਸਰੋਨਨ ਮੈਂ ਬਚਨ ਇਹ। ਜਦੋਂ ਇਸ ਪ੍ਰਕਾਰ ਬਚਨ ਬਾਬਾ ਕਲਿਆਣ ਚੰਦ ਨੇ ਭਾਈ ਮਰਦਾਨਾ ਜੀ ਦੇ ਸੁਣੇ ਨੇ। ਕਾਲੂ ਰਸ ਅਧਕਾਏ। ਬਹੁਤਾ ਗੁੱਸਾ ਵੱਧ ਗਿਆ ਹੈ। ਭੇਦ ਨ ਸੁਤ ਕੋ ਜਾਣਹੀ। ਆਪਣੇ ਪੁੱਤਰ ਦਾ ਦਰਅਸਲ ਬਾਬਾ ਕਲਿਆਣ ਚੰਦ ਜੀ ਭੇਦ ਨਹੀਂ ਜਾਣਦੇ। ਉਹਨਾਂ ਨੂੰ ਆਪਣਾ ਪੁੱਤਰ ਪੁੱਤਰ ਹੀ ਲੱਗਦਾ ਹੈ, ਪਰਮੇਸ਼ਰ ਨਹੀਂ ਲੱਗਦਾ। ਦੇਹ ਪ੍ਰਤ ਪੁਰਖ ਅਲਾਏ। ਤੇ ਸਾਰੇ ਹੀ ਲੋਕ ਕਹਿੰਦੇ ਨੇ ਕਿ ਬਾਬਾ ਕਲਿਆਣ ਚੰਦ ਸਤਿਗੁਰਾਂ ਦਾ ਭੇਦ ਨਹੀਂ ਜਾਣ ਸਕਿਆ। ਜੋ ਪਈ ਕਿਆ ਬੋਲਤ ਮੂਰਖ ਮੁਖ ਬਾਤੀ। ਬਾਬਾ ਕਲਿਆਣ ਚੰਦ ਗੁੱਸੇ ਵਿੱਚ ਆ ਕੇ ਕਹਿਣ ਲੱਗੇ ਉਹ ਮੂਰਖ ਮਰਾਸੀਆ ਤੂੰ ਕੀ ਬੋਲਦਾ ਹੈ। ਮਨਮਤੀ ਹੈ ਡੂਮ ਕੁਜਾਤੀ। ਭੈੜੀ ਤੇਰੀ ਜਾਤ ਹੈ ਮਰਾਸੀਆਂ ਵਾਲੀ। ਮੁਝ ਕੋ ਕਹੈ ਭਇਓ ਅਵਤਾਰਾ। ਤੂੰ ਮੈਨੂੰ ਦੱਸ ਰਿਹਾ ਏ ਕਿ ਤੇਰਾ ਪੁੱਤਰ ਅਵਤਾਰੀ ਪੁਰਸ਼ ਹੈ। ਜਿਨ ਸਗਰੋ ਮਮ ਸਤਨ ਗੁਜਾਰਾ। ਜਿਹਨੇ ਮੇਰਾ ਸਾਰਾ ਹੀ ਘਰ ਉਜਾੜ ਦਿੱਤਾ ਹੈ, ਤੂੰ ਉਹਨੂੰ ਰੱਬ ਕਹਿ ਰਿਹਾ ਹੈ। ਗਇਓ ਕੁਮਾਰੇ ਤੇ ਮੈਂ ਜਾਣੀ। ਮੈਂ ਤਾਂ ਸੋਚਿਆ ਸੀ ਕਿ ਮੇਰੇ ਪੁੱਤਰ ਵਿੱਚ ਮੇਰੇ ਵਾਲੇ ਗੁਣ ਨੇ। ਮੇਰਾ ਪੁੱਤਰ ਹੈ ਜੋ ਮੇਰੇ ਵਾਲੇ ਗੁਣਾਂ ਦਾ ਧਾਰਨੀ ਹੈ, ਮੇਰੇ ਤੇ ਗਿਆ ਹੈ। ਜਿਸਨੇ ਰੀਤ ਫਕੀਰੀ ਠਾਨੀ। ਪਰ ਉਹਨੇ ਤਾਂ ਸਾਰਾ ਹੀ ਭੇਖ ਹੈ, ਜੋ ਰੀਤ ਰਿਵਾਜ ਹੈ ਉਹ ਫਕੀਰਾਂ ਵਾਲਾ ਸਾਧੂਆਂ ਸੰਤਾਂ ਵਾਲਾ ਧਾਰਨ ਕੀਤਾ ਹੈ। ਅਯੋ ਕਹਿ ਮੋਚਤ ਲੋਚਨ ਨੀਰੂ। ਇਉਂ ਕਹਿ ਕਰਕੇ ਅੱਖਾਂ ਦੇ ਵਿੱਚ ਜਲ ਆਇਆ ਹੈ।
ਆਪਣੇ ਪੁੱਤਰ ਦੇ ਦੁੱਖ ਕਾਰਨ ਧੀਰਜ ਛੱਡ ਚੁੱਕਾ ਹੈ ਬਾਬਾ ਕਲਿਆਣ ਚੰਦ। ਅੱਖਾਂ ਰਾਹੀਂ ਨੀਰ ਵਹਾਉਣ ਲੱਗਾ ਹੈ। ਰਾਏ ਨਿਕਟ ਕਹਿ ਜਾਏ ਸੁਨਾਵਾ। ਇਹ ਸਾਰਾ ਵਰਤਾਂਤ ਇੱਕ ਗਵਾਂਢੀ ਨੇ ਜਾ ਕਰਕੇ ਰਾਏ ਬੁਲਾਰ ਨੂੰ ਦੱਸਿਆ ਹੈ ਸਤ ਲੇਕਰ ਮਰਦਾਨਾ ਆਵਾ। ਕਿ ਗੁਰੂ ਨਾਨਕ ਦੇਵ ਜੀਆਂ ਦੇ ਕੋਲੋਂ ਭਾਈ ਮਰਦਾਨਾ ਨਗਰ ਵਿੱਚ ਆਏ ਨੇ। ਉਹਨਾਂ ਨੂੰ ਗੁਰੂ ਨਾਨਕ ਦੀ ਸਾਰੀ ਖਬਰ ਪਤਾ ਹੈ। ਹਰ ਅਦਕ ਕਰ ਨਿਕਟ ਬੁਲਾਵਾ। ਤੇ ਛੇਤੀ ਦੇ ਨਾਲ ਰਾਏ ਬੁਲਾਰ ਨੇ ਭਾਈ ਮਰਦਾਨੇ ਨੂੰ ਕੋਲ ਬੁਲਾਇਆ ਹੈ। ਭੋਜਨ ਹਿਤ ਸੁਖ ਬਚਨ ਅਲਾਵਾ। ਤੇ ਸਤਿਗੁਰਾਂ ਦੀ ਖਬਰ ਪੁੱਛਣ ਵਾਸਤੇ ਇਸ ਪ੍ਰਕਾਰ ਰਾਏ ਬੁਲਾਰ ਨੇ ਕਿਹਾ ਹੈ। ਦੋਹਰਾ ਸ੍ਰੀ ਨਾਨਕ ਸੁਧ ਦੀਜੀਏ। ਕਹਿਣ ਲੱਗੇ ਨੇ ਰਾਏ ਬੁਲਾਰ ਜੀ ਕਿ ਗੁਰੂ ਨਾਨਕ ਦੇਵ ਜੀਆਂ ਦੀ ਸਾਰੀ ਖਬਰ ਭਾਈ ਮਰਦਾਨਾ ਦੱਸਣਾ ਕਰੋ। ਕੈਸੇ ਕੀਨੋ ਰੰਗ। ਹੁਣ ਕਿਹੜਿਆਂ ਰੰਗਾਂ ਨੂੰ ਮਾਣ ਰਹੇ ਨੇ ਮੇਰੇ ਬਾਦਸ਼ਾਹ। ਕੌਣ ਵੇਖ ਤਨ ਮੈਂ ਧਰਿਓ। ਕਿਹੜਾ ਭੇਖ ਕਿਹੜਾ ਲਿਬਾਸ ਸਾਧੂਆਂ ਸੰਤਾਂ ਵਾਲਾ ਸਤਿਗੁਰਾਂ ਨੇ ਆਪਣੇ ਸਰੀਰ ਤੇ ਧਾਰਨ ਕੀਤਾ ਹੈ। ਕਯੋ ਤੇ ਤਜਸਿਓ ਸੋ ਸੰਗ। ਤੂੰ ਕਿਉਂ ਉਹਨਾਂ ਦੀ ਸੰਗਤ ਛੱਡ ਕਰਕੇ ਉਹਨਾਂ ਦਾ ਸਾਥ ਛੱਡ ਕੇ ਰਾਏ ਭੋਏ ਦੀ ਤਲਵੰਡੀ ਆਇਆ ਹੈ। ਇਸ ਪ੍ਰਕਾਰ ਰਾਏ ਬੁਲਾਰ ਭਾਈ ਮਰਦਾਨੇ ਦੇ ਨਾਲ ਵਚਨ ਵਿਲਾਸ ਕਰ ਰਹੇ ਨੇ ਕਿ ਮੈਨੂੰ ਸਤਿਗੁਰਾਂ ਦੀ ਸਾਰੀ ਖਬਰ ਦੇਣਾ ਕਰੋ। ਹੁਣ ਕਿਹੜਿਆਂ ਰੰਗਾਂ ਨੂੰ ਮਾਨ ਰਹੇ ਨੇ, ਕਿੱਥੇ ਰਹਿੰਦੇ ਨੇ, ਕਿਸ ਜਗ੍ਹਾ ਉੱਪਰ ਕਿਹਦੇ ਘਰ ਰਹਿੰਦੇ ਨੇ, ਕਿਹੜਾ ਲਿਬਾਸ ਪਹਿਨਿਆ ਹੈ। ਤੇ ਭਾਈ ਮਰਦਾਨਾ ਜੀ ਕੀ ਹੋਇਆ, ਤੁਸੀਂ ਗੁਰੂ ਨਾਨਕ ਦੇਵ ਜੀਆਂ ਦੀ ਸੰਗਤ ਛੱਡ ਕੇ ਉਹਨਾਂ ਦਾ ਸਾਥ ਛੱਡ ਕੇ ਕਿਉਂ ਆਪਣੇ ਨਗਰ ਵਾਪਸ ਆਏ ਹੋ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ ਸੰਗਤ ਜੀ। ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਆਉਣ ਵਾਲਾ ਗੁਰ ਇਤਿਹਾਸ ਕੱਲ ਦੀਆਂ ਕਥਾ ਵਿੱਚ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਗੁਰੂ ਦਾ ਇਤਿਹਾਸ ਗੁਰੂ ਦਾ ਸ਼ਬਦ ਜਾਣ ਕੇ ਆਪਣੇ ਹਿਰਦਿਆਂ ਵਿੱਚ ਵਸਾਉਣ ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਇਆ। ਸ਼ਬਦ ਤਾ ਗਾਵਹਾਰੀ ਕੇਰਾ ਮਨ ਜਿਨੀ ਵਸਾਇਆ। ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੀ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ। ਜਿਸ ਦੇਵੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੀਰੀ। ਕਹੈ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਈ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਨਹੁ ਸੰਤਹੁ ਸ਼ਬਦ ਕਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਭਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਪਾਸੇ ਨਾਮ ਹਰ ਕੈ ਲਾਗੀ। ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਭ ਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ।
ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਜਗਿਆਈਆ ਬੁਰਿਆਈਆ ਵਾਜੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।